अस्सलाम वालेकुम नाजरीन, मैं हूं डॉक्टर मोहम्मद कलीमुल्लाह और मैं हूं डॉक्टर जवाद हुसैन। नाजरीन, वीडियो शुरू करने से पहले तमाम दोस्त चैनल को सब्सक्राइब लाजमी कर लें। नाजरीन, आज हम आपको एक ऐसी चीज़ की तैयारी जो है वो बना के दिखाने वाले हैं। जवाद साहब, क्या दिखाने वाले हैं हम नाजरीन? आज हम जिम्मेदारों को दिखा रहे हैं कि जैसे इंसानों के लिए सलाजीद फायदेमंद है, फसलों के लिए आज हम सलाजीद बनाने जा रहे हैं जी। जवाद साहब, फसलां नहीं केड़ी सलाजीत बनाने जा रहे हो जनाब? जनाब है ऐसी ताकतवर चीज़ है कि ਜ਼ਮੀਨ ਦੇ ਵਿੱਚ ਪਾਓ, ਖਾਦਾਂ ਦੀ ਅਫਾਦੀਅਤ ਨੂੰ 4% ਤੱਕ ਵਧਾ ਦਿੰਦੀ ਹੈ। ਯਾਨੀ ਕਿ ਇੱਕ ਬੋਰੀ ਡੀਏਪੀ ਪਾਣ ਦੀ ਬਜਾਏ ਸਿਰਫ ਚੌਥਾ ਹਿੱਸਾ ਯਾਨੀ ਕਿ 25 ਕਿਲੋ ਜਾਂ 10 ਕਿਲੋ ਸਾਨੂੰ ਪਾਣੀ ਪੈਗੀ ਡੀਏਪੀ। ਜਵਾਦ ਸਾਹਿਬ, ਪਿਛਲੀ ਵੀਡੀਓ ਅਸੀਂ ਬਾਇਓ ਫਰਟੀਲਾਈਜ਼ਰ ਦੇ ਉੱਪਰ ਬਣਾਈ ਸੀ ਆਪਣੇ। ਮਾਸ਼ਾਅੱਲਾ ਨਾਜ਼ਰੀਨ, ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆਏ। ਤੁਹਾਡੇ ਨਾਲ ਬਹੁਤ ਸਾਰਾ ਮੁxtਲਿਫ ਇਲਾਕਾ ਹਾਫਜ਼ਾਬਾਦ, ਜੰਗ, ਸਰਗੋਦਾ, ਖੁਸ਼ਾਬ, ਵਜ਼ੀਰਾਬਾਦ, ਸ਼ੇਖੂਪੁਰਾ, ਮਰੋੜ, ਮੰਡੀ ਯਜ਼ਮਾਨ, तमाम ਇਲਾਕਿਆਂ ਦੇ ਜਨਾਬ ਫਾਰਮਰ ਨੇ ਸਾਡੇ ਕੋਲੋਂ ਗਾਈਡੈਂਸ ਲਈ ਤੇ ਅਲਹਮਦੁਲਿਲਾ ਜਿਹੜੀ ਚੀਜ਼ ਅਸੀਂ ਉਹਨਾਂ ਨੂੰ ਬਣਾ ਕੇ ਦਿਖਾਈ ਸੀ ਉਹ ਖੁਦ ਬਣਾ ਰਹੇ ਨੇ। ਬੇਸ਼ੱਕ ਜਵਾਦ ਸਾਹਿਬ, ਹੁਣ ਅੱਜ ਦੀ ਆਪਾਂ ਉਹਨਾਂ ਨੂੰ ਕੀ ਜਨਾਬ ਮੇਨ ਚੀਜ਼ ਦੱਸਣਾ ਚਾਹ ਰਹੇ ਹਾਂ? ਅੱਜ ਜਿਵੇਂ ਅਸੀਂ ਪਹਿਲੇ ਫਾਸਫੋਰਸ ਸੋਲਿਬਲਾਈਜ਼ਿੰਗ ਬੈਕਟੀਰੀਆ ਤੁਹਾਨੂੰ ਬਣਾਉਣਾ ਦੱਸਿਆ ਸੀ, ਅੱਜ ਅਸੀਂ ਉਹਦੀ ਵੈਲਿਊ ਐਡੀਸ਼ਨ ਕੀਤੀ ਆ ਕਿ ਉਹਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਅੱਛਾ ਨਾਜ਼ਰੀਨ, ਇਹ ਤੁਹਾਡੇ ਸਾਹਮਣੇ ਜਨਾਬ ਦੇਖ ਲਓ ਕਿ ਸਾਡੇ ਕੋਲੋਂ ਇਸ ਟਾਈਮ ਜਨਾਬ ਐਸੀ ਚੀਜ਼ਾਂ ਪੂਰੀ ਆਈਟਮਾਂ ਜਨਾਬ ਮੌਜੂਦ ਨੇ। ਤੁਹਾਨੂੰ ਆਹਿਸਤਾ ਅਸੀਂ ਇਹਨਾਂ ਦਾ ਪੂਰਾ ਇੰਟਰੋ ਵੀ ਦੱਸਾਂਗੇ। ਇਹ ਜਨਾਬ ਸਾਡੇ ਕੋਲੋਂ 68 ਲੀਟਰ ਦੇ 2 ਡਰਮ ਨੇ। ਤੁਸੀਂ ਦੇਖ ਸਕਦੇ ਹੋ ਨਾਜ਼ਰੀਨ, ਇਸ ਟਾਈਮ ਇਹਦੇ ਵਿੱਚ ਸਿਰਫ ਅਸੀਂ ਪਾਣੀ ਪਾਇਆ ਹੋਇਆ ਹੈ ਜਨਾਬ, ਤਕਰੀਬਨ 25 ਲੀਟਰ ਦੋਨਾਂ ਦੇ ਵਿੱਚ ਪਾਣੀ ਹੈ। ਹਾਂਜੀ, ਅਸੀਂ ਜਨਾਬ ਤੁਹਾਨੂੰ ਜਿਹੜਾ ਬਾਇਓ ਫਰਟੀਲਾਈਜ਼ਰ ਹੈ ਜਨਾਬ ਬਣਾ ਕੇ ਦਿਖਾਵਾਂਗੇ। ਰੈਸਿਪੀ ਥੋੜੀ ਜਿਹੀ ਅਸੀਂ ਚੇਂਜ ਕੀਤੀ ਹੈ ਜਿਹਦੇ ਨਾਲ ਮਜ਼ੀਦ ਜ਼ਿੰਮੇਦਾਰਾਂ ਨੂੰ ਇਹਦੇ ਵਿੱਚ ਫਾਇਦਾ ਹੋਏਗਾ। ਹਾਂਜੀ ਜਵਾਦ ਸਾਹਿਬ, ਤੁਸੀਂ ਇਹ ਦੱਸ ਦਿਓ ਕਿ ਸਭ ਤੋਂ ਪਹਿਲੇ ਜਨਾਬ ਸਾਡੇ ਕੋਲੋਂ ਇਹ ਜਨਾਬ ਬੋਤਲ ਦੇ ਵਿੱਚ ਜਿਹੜੇ ਇਹਦੇ ਵਿੱਚ ਨੇ ਫਾਸਫੇਟ ਸੋਲੂਬਲਾਈਜ਼ਿੰਗ ਜਨਾਬ ਜਿਹੜੇ ਬੈਕਟੀਰੀਆ ਨੇ ਉਹ ਮੌਜੂਦ ਨੇ। ਪਿਛਲੀ ਦਫਾ ਜਨਾਬ ਅਸੀਂ ਜਿਹੜਾ ਡਰਮ ਤਿਆਰ ਕੀਤਾ ਸੀ ਉਹਦੇ ਵਿੱਚੋਂ ਹੀ ਜਨਾਬ ਅਸੀਂ ਇਹ ਬੈਕਟੀਰੀਆ ਲੈ ਨੇ, ਇਹਨਾਂ ਨੂੰ ਅਸੀਂ ਅੱਗੇ ਮਜ਼ੀਦ ਮਲਟੀਪਲਾਈ ਕਰਨ ਜਾ ਰਹੇ ਹਾਂ। ਬਿਲਕੁਲ 68 ਲੀਟਰ ਦੇ ਵਿੱਚੋਂ 66 ਲੀਟਰ ਜਿਹੜਾ ਵਾ ਉਹ ਅਸੀਂ ਆਪਣੀ ਫਸਲਾਂ ਨੂੰ ਇਸਤੇਮਾਲ ਕਰ ਲਿਆ ਤੇ 2 ਲੀਟਰ ਸਾਡੇ ਕੋਲ ਬਚਿਆ। ਉਹ 2 ਲੀਟਰ ਅਸੀਂ ਹਰ ਡਰਮ ਦੇ ਵਿੱਚ ਪਾ ਦੇਵਾਂਗੇ ਐਜ਼ ਅ ਮੀਡੀਅਮ। ਨਾਜ਼ਰੀਨ, ਜ਼ਿਮੀਦਾਰਾਂ ਨੂੰ ਅਸੀਂ ਜਨਾਬ ਮਤਲਬ ਕਿਸੇ ਨੇ 5 ਲੀਟਰ ਮੰਗਵਾਇਆ, 6 ਲੀਟਰ ਮੰਗਵਾਇਆ, ਕਿਸੇ ਨੇ ਉਹਨੂੰ 200 ਲੀਟਰ ਡਰਮ ਦੇ ਵਿੱਚ ਤਿਆਰ ਕੀਤਾ ਹੈ, ਕਿਸੇ ਨੇ 400 ਦੇ ਵਿੱਚ, ਤੇ ਮਾਸ਼ਾਅੱਲਾ ਹੈਰਤ ਅੰਗੇਜ਼ ਜਨਾਬ ਜਿਹੜੇ ਨੇ ਰਿਜ਼ਲਟ ਸਾਨੂੰ ਉਹਨਾਂ ਨੇ ਦੱਸੇ ਨੇ। ਅਸੀਂ ਇਸ ਲਈ ਕੋਸ਼ਿਸ਼ ਕੀਤੀ ਹੈ ਕਿ ਮਜ਼ੀਦ ਜਨਾਬ ਅਸੀਂ ਤੁਹਾਨੂੰ ਦੇਖੀਏ। ਨਾਜ਼ਰੀਨ, ਆਪਾਂ ਜਿਹੜਾ ਹੈ ਉਹ ਤਿਆਰੀ ਦਾ ਬਕਾਇਦਾ ਇਹਦਾ ਆਗਾਜ਼ ਕਰਨੇ ਆ। ਜਵਾਦ ਸਾਹਿਬ, ਸਭ ਤੋਂ ਪਹਿਲੇ ਸਾਨੂੰ ਦੱਸ ਦਿਓ ਇਹਦੇ ਵਿੱਚ ਜਨਾਬ ਫਾਸਫੋਰਸ ਸੋਲੂਬਲਾਈਜ਼ਿੰਗ ਜਿਹੜੇ ਬੈਕਟੀਰੀਆ ਨੇ, ਇਹ ਜਿਹੜਾ ਕਲਚਰ ਹੈ ਇਹਦਾ ਕੀ ਕਿਰਦਾਰ ਹੈਗਾ? ਇਹ ਬੇਸਿਕਲੀ ਕਲਚਰ ਆ ਕਿ ਫਾਸਫੋਰਸ ਸੋਲਿਬਲਾਈਜ਼ਿੰਗ ਬੈਕਟੀਰੀਆ ਜਿਹੜਾ ਜਿਵੇਂ ਜਾਗ ਆ ਉਹ ਆ ਸਾਡੇ ਕੋਲ ਇਸ ਟਾਈਮ। ਇਹਨੂੰ ਅਸੀਂ ਡਰਮ ਦੇ ਵਿੱਚ ਪਾ ਦੇਣਾ ਜੀ ਕਲੀਮ ਸਾਹਿਬ। ਇਹਨੂੰ 1 ਲੀਟਰ ਜਿਹੜਾ ਵਾ ਅਸੀਂ 68 ਲੀਟਰ ਡਰਮ ਦੇ ਵਿੱਚ ਇਹਨੂੰ ਪਾ ਦਿੱਤਾ। ਨਾਜ਼ਰੀਨ, ਤੁਸੀਂ ਡੋਜ਼ ਆਪਣੀ ਇਹਨੂੰ 200 ਲੀਟਰ ਦਾ ਅਗਰ ਤੁਹਾਡੇ ਕੋਲ ਡਰਮ ਮੌਜੂਦ ਹੈ ਤੁਸੀਂ ਉਹਦੇ ਵਿੱਚ ਵੀ ਜਨਾਬ ਇਹਨੂੰ ਇਸਤੇਮਾਲ ਕਰ ਸਕਦੇ ਹੋ। ਇਹ ਦੇਖ ਲਓ ਜਨਾਬ ਨਾਜ਼ਰੀਨ, ਪਹਿਲੇ ਇਹਦੇ ਵਿੱਚ ਪਾਣੀ ਸੀ। ਇਸ ਟਾਈਮ ਜਿਹੜੇ ਇਹ ਬੈਕਟੀਰੀਆ ਨੇ ਜਿਹੜੇ ਅਸੀਂ ਆਪਣੇ ਲੈਬ ਦੇ ਵਿੱਚ ਜਨਾਬ ਇਹਨਾਂ ਨੂੰ ਕਲਚਰ ਨੂੰ ਗਰੋ ਕੀਤਾ ਸੀ, ਉਹਨਾਂ ਨੂੰ ਮਲਟੀਪਲਾਈ ਕੀਤਾ ਸੀ ਤੇ ਉਹਨੂੰ ਦੁਬਾਰਾ ਜਨਾਬ ਅਸੀਂ ਅੱਗੇ ਇਹਨਾਂ ਦੀ ਤਿਆਰੀ ਜਨਾਬ ਕਰਨ ਲੱਗੇ ਆ। ਇਹ ਜਨਾਬ ਦੇਖ ਲਓ ਕਿ ਬੋਤਲ ਹੋ ਗਈ ਆਪਣੀ ਫਾਰਗ। ਅੱਛਾ ਜੀ, ਹੁਣ ਜਿਹੜੀ ਅੱਜ ਅਸੀਂ ਸਭ ਤੋਂ ਯੂਨੀਕ ਰੈਸਪੀ ਹੈ ਜਿੰਦੀ ਵਜ੍ਹਾ ਤੋਂ ਅਸੀਂ ਇਹ ਕਲੇਮ ਕਰ ਰਹੇ ਹਾਂ ਕਿ ਇਹ ਸਲਾਜੀਤ ਵਰਗਾ ਫਾਇਦਾ ਦੇਗੀ, ਉਹ ਆ ਜੀ 5 ਸਾਲ ਪੁਰਾਣਾ ਗੁੜ। 5 ਸਾਲ ਪੁਰਾਣੇ ਗੁੜ ਪਾਉਣ ਦਾ ਫਾਇਦਾ ਵਾ ਕਿ ਇਹ ਆਲਰੇਡੀ ਜਿਹੜਾ ਵਾ ਉਹ ਡੀਕੰਪੋਜ਼ ਹੋਇਆ ਵਾ। ਬੈਕਟੀਰੀਆਜ਼ ਨੂੰ ਇੰਨਾ ਨਹੀਂ ਤਕਲੀਫ ਕਰਨੀ ਪੈਗੀ ਕਿ ਉਹ ਇਹਨੂੰ ਤੋੜਨਗੇ ਤੇ ਉਸ ਤੋਂ ਬਾਅਦ ਇਹਨੂੰ ਇਸਤੇਮਾਲ ਕਰਨਗੇ। ਅੱਛਾ ਅਸੀਂ ਹਾਂਜੀ ਨਾਜ਼ਰੀਨ, ਜਿਹੜਾ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੇ ਆਪਣੇ ਕੋਲੋਂ ਇਸ ਟਾਈਮ ਜਨਾਬ ਇਹ ਵਾਲਾ ਗੁੜ ਮੌਜੂਦ ਹੈਗਾ। ਅਕਸਰ ਲੋਕ ਇਹ ਪੁੱਛਦੇ ਨੇ ਕਿ ਜਨਾਬ ਯਾਰ ਗੁੜ ਪਾਉਣ ਦਾ ਕੀ ਫਾਇਦਾ ਹੈ? ਦਰਅਸਲ ਜਿਹੜੇ ਅਸੀਂ ਬੈਕਟੀਰੀਆ ਲੈਬ ਦੇ ਵਿੱਚ ਤਿਆਰ ਕਰਨੇ ਆ ਉਹਨਾਂ ਨੂੰ ਕਾਰਬੋਹਾਈਡਰੇਟ ਚਾਹੀਦੇ ਹੁੰਦੇ ਨੇ ਤੇ ਇਹ ਜਿਹੜਾ ਪੁਰਾਣਾ ਗੁੜ ਹੈਗਾ ਉਹਨਾਂ ਦੀ ਮਤਲਬ ਬਿਹਤਰੀਨ ਉਹਨਾਂ ਨੂੰ ਖੁਰਾਕ ਹੈ। ਜਿੱਥੇ ਆਪਾਂ ਨੂੰ ਇਹਨਾਂ ਨੂੰ 5 ਕਿਲੋ ਪਾਣਾ ਪੈਂਦਾ ਤੇ ਜਨਾਬ ਅਸੀਂ 2.5 ਕਿਲੋ ਇਹਨੂੰ ਜਨਾਬ ਇਸਤੇਮਾਲ ਕਰ ਸਕਨੇ ਆ 200 ਲੀਟਰ ਡਰਮ ਦੇ ਵਿੱਚ। ਬਿਲਕੁਲ ਜਵਾਦ ਸਾਹਿਬ ਜੀ, ਇਨਸ਼ਾਅੱਲਾ ਇਹਨੂੰ ਇਦਾਂ ਹੀ ਅਸੀਂ ਪਾ ਲੈਣੇ ਆ। ਇਹਨੂੰ ਅਸੀਂ ਇਦਾਂ ਹੀ ਪਾਵਾਂਗੇ ਤੇ ਤਾਂ ਕਿ ਇਹਨੂੰ ਜਿਵੇਂ ਜਿਵੇਂ ਹਿਲਾਈ ਜਾਵਾਂਗੇ ਆਸਤਾ ਜਿਵੇਂ ਜਿਵੇਂ ਬੈਕਟੀਰੀਆਜ਼ ਦੀ ਤਾਦਾਦ ਵੱਧਦੀ ਜਾਏਗੀ ਉਹਨਾਂ ਨੂੰ ਖੁਰਾਕ ਵੀ ਮੁਯੱਸਰ ਆਂਦੀ ਜਾਏਗੀ। ਇਹਨੂੰ ਐਸੇ ਤਰ੍ਹਾਂ ਹੀ ਡਲੇ ਨੂੰ ਅਸੀਂ ਡਰਮ ਦੇ ਵਿੱਚ ਪਾ ਦਿੱਤਾ। ਹਾਂਜੀ, ਇਹ ਜਨਾਬ ਦੇਖ ਲਓ ਕਿ ਦੂਸਰਾ ਜਨਾਬ ਸਾਡੀ ਜਿਹੜੀ ਹੈ ਫਸਲਾਂ ਦੀ ਸਲਾਜੀਤ ਇਸੇ ਤਰੀਕੇ ਜਨਾਬ ਡਰਮ ਦੇ ਵਿੱਚ ਇਸ ਟਾਈਮ ਜਨਾਬ ਜਾ ਚੁੱਕੀ ਹੈ। ਇਹ ਤਕਰੀਬਨ 1.5 ਕਿਲੋ ਦਾ ਇੱਕ ਡਲਾ ਹੈ। ਅਸੀਂ 1.5 ਕਿਲੋ ਤਕਰੀਬਨ ਕਹਿ ਲਓ ਕਿ ਹਾਂਜੀ ਇਹ 1.5 ਕਿਲੋ ਜਨਾਬ ਅਸੀਂ ਇਹਦੇ ਵਿੱਚ ਗੁੜ ਪਾਤਾ ਹੈ। ਹਾਂਜੀ, ਇਹ ਦੇਖ ਲਓ ਜੀ ਕੁਝ ਜਿਹੜੇ ਟੁਕੜੀਆਂ ਸਨ ਉਹ ਆਪਣੇ ਕੋਲੋਂ ਬਕਾਇਆ ਬਚ ਗਈਆਂ ਨੇ। ਇਹਦੇ ਵਿੱਚ ਜਨਾਬ ਅਸੀਂ ਦੋਨਾਂ ਦੇ ਵਿੱਚ ਇਕੁਅਲ ਪਾਤਾ ਹੈ। ਸਾਡੇ ਕੋਲੋਂ ਜਨਾਬ ਇਹ
2 ਡਰਮ ਤਿਆਰ ਹੋਣ ਜਾ ਰਹੇ ਨੇ ਜਿਹੜੇ ਜ਼ਿਮੀਦਾਰਾਂ ਦੇ ਆਪਾਂ ਫਾਇਦੇ ਵਾਸਤੇ ਬਣਾਉਣ ਜਾ ਰਹੇ ਹਾਂ। ਅੱਛਾ ਜੀ, ਇਹ ਜਨਾਬ ਨੈਕਸਟ ਦੇਖ ਲਓ। ਜਵਾਦ ਸਾਹਿਬ ਦੱਸੋ, ਇਹ ਸਾਰੇ ਲੋਕ ਇਹਨਾਂ ਤੋਂ ਵਾਕਿਫ ਹੋਣਗੇ, ਇਹ ਜਨਾਬ ਕੀ ਚੀਜ਼ ਹੈਗੀ ਹੈ, ਦੱਸੋ ਜ਼ਰਾ। ਖਲ ਹੈ ਜੀ, ਇਹ ਜਨਾਬ ਖਲ ਆ ਕਲੀਮ ਸਾਹਿਬ, ਤੇ ਇਹ ਬੇਸਿਕਲੀ ਇਹਦਾ ਕਿਰਦਾਰ ਆ ਵਾ ਕਿ ਇਹਦੇ ਵਿੱਚ ਹੁੰਦਾ ਆਇਲ ਕੰਟੈਂਟ, ਤੇ ਇਹਦੇ ਵਿੱਚ ਹੋਰ ਵੀ ਮਲਟੀ ਵਿਟਾਮਿਨਸ ਹੈਗੇ ਆ ਜਿਹੜੇ ਬੈਕਟੀਰੀਆ ਦੀ ਗਰੋਥ ਵਾਸਤੇ ਜ਼ਰੂਰੀ ਹੈ। ਬਿਲਕੁਲ। ਤਕਰੀਬਨ ਅਸੀਂ 1 ਲੀਟਰ ਡਰਮ ਦੇ ਵਿੱਚ ਅੱਧਾ ਕਿਲੋ ਖਲ ਇਸਤੇਮਾਲ ਕਰਨ ਜਾ ਰਹੇ ਹਾਂ ਜੀ। ਬਿਲਕੁਲ ਜੀ, ਇਹ ਦੇਖ ਲਓ ਜਨਾਬ, ਹਾਫ ਤਕਰੀਬਨ ਜਿਹੜੀ ਆਪਾਂ ਖਲ ਹੈਗੀ ਹੈ ਜਨਾਬ, ਉਹ ਇਹਦੇ ਵਿੱਚ ਪਾ ਦਿਆਂਗੇ। ਇਹ ਦਰਅਸਲ ਤੁਹਾਨੂੰ ਅਸੀਂ 2 ਡਰਮਾਂ ਦੀ ਤਿਆਰੀ ਦੱਸੀ ਹੈ ਐਟ ਅ ਟਾਈਮ, ਜਿਹੜਾ ਜਵਾਦ ਸਾਹਿਬ ਦੱਸ ਰਹੇ ਨੇ ਤੇ ਜਿਹੜਾ ਮੈਂ ਦੱਸ ਰਿਹਾ ਜਨਾਬ। ਇਹਨੂੰ ਤੁਸੀਂ ਕੋਸ਼ਿਸ਼ ਕਰੋ ਕਿ ਐਦਾਂ ਅਗਰ ਇਹਨੂੰ ਮਤਲਬ ਥੋੜੇ ਜਿਹਾ ਬਰੀਕ ਟੁਕੜੇ ਹੋ ਜਾਣ ਤਾਂ ਕਿ ਉਹਨੂੰ ਬਾਅਦ ਦੇ ਵਿੱਚ ਹੱਲ ਹੋਣ ਦੇ ਵਿੱਚ ਜ਼ਿਆਦਾ ਆਸਾਨੀ ਹੋਵੇ। ਇੱਧਰ ਵੀ ਤੇ ਇਹ ਜਨਾਬ ਦੇਖ ਲਓ, ਅਸੀਂ ਦੋਵੇਂ ਡਰਮਾਂ ਦੇ ਵਿੱਚ ਜਨਾਬ ਤਕਰੀਬਨ ਅੱਧਾ ਕਿਲੋ ਖਲ ਅਸੀਂ ਇਹਦੇ ਵਿੱਚ ਪਾ ਦਿੱਤੀ। ਅੱਧਾ ਕਿਲੋ ਜਨਾਬ ਅਸੀਂ ਖਲ ਦੀ ਜਨਾਬ ਪਾ ਦਿੱਤੀ ਹੈ। ਠੀਕ ਹੈ ਜੀ। ਖਲ ਪਾਉਣ ਤੋਂ ਬਾਅਦ ਦੇਖ ਲਓ ਜਨਾਬ ਨਾਜ਼ਰੀਨ, ਇਹ ਜਨਾਬ ਮੌਜੂਦਾ ਜਿਹੜੀ ਸੂਰਤ-ਏ-ਹਾਲ ਹੈਗੀ ਹੈ। ਇਹ ਬੁਲਬੁਲੇ ਬਣਦੇ ਹੋਏ ਦਿਖਾਓ ਜੀ। ਇਹ ਇਸ ਚੀਜ਼ ਦੀ ਨਿਸ਼ਾਨੀ ਹੈ ਕਿ ਬੈਕਟੀਰੀਆ ਜਿਹੜੇ ਉਹਨਾਂ ਨੇ ਇਹਨੂੰ ਪੀਣਾ ਸ਼ੁਰੂ ਕਰ ਦਿੱਤਾ, ਇਸਤੇਮਾਲ ਕਰਨਾ ਸ਼ੁਰੂ ਕਰਤਾ। ਹਾਂਜੀ, ਇਹ ਦੇਖ ਲਓ ਨਾਜ਼ਰੀਨ, ਬਿਲਕੁਲ ਸੇਮ ਇਸ ਸਾਈਡ ਤੇ ਵੀ ਇਹੀ ਹੋ ਰਿਹਾ ਹੈ। ਨੈਕਸਟ ਨਾਜ਼ਰੀਨ ਦੇਖ ਲਓ ਜਵਾਦ ਸਾਹਿਬ ਕੀ ਪਾਉਣ ਲੱਗੇ। ਚਾਵਲ ਨੇ ਜੀ, ਤਕਰੀਬਨ 1 ਪਾਓ ਸਾਡੇ ਕੋਲ ਚਾਵਲ ਨੇ, ਉਹ ਅਸੀਂ ਡਰਮ ਦੇ ਵਿੱਚ ਪਾ ਦੇਣੇ ਆ ਜੀ। ਹਾਂਜੀ, ਇਹ ਚਾਵਲ ਪਾਉਣ ਦਾ ਜਨਾਬ ਕੀ ਮਕਸਦ ਹੈ? ਚਾਵਲ ਬੇਸਿਕਲੀ ਸਟਾਰਚ ਦਾ ਸੋਰਸ ਆ, ਕਾਰਬੋਹਾਈਡਰੇਟ ਪ੍ਰੋਟੀਨ ਦਾ ਸੋਰਸ ਆ, ਇਹਨਾਂ ਨੂੰ ਆਪਣੀ ਖੁਰਾਕ ਵਾਸਤੇ ਚਾਹੀਦੇ ਆ। ਨਾਜ਼ਰੀਨ, ਜਿਸ ਤਰ੍ਹਾਂ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਖੁਰਾਕ ਚਾਹੀਦੀ ਹੁੰਦੀ ਹੈ, ਇਸ ਤਰ੍ਹਾਂ ਅਸੀਂ ਅਗਰ ਇਹਦੇ ਵਿੱਚ ਬੈਕਟੀਰੀਆ ਦੀ ਤਾਦਾਦ ਵਧਾ ਰਹੇ ਹਾਂ, ਤੁਹਾਡੀ ਇਤਲਾਹ ਲਈ ਜਨਾਬ ਹਰਜ਼ ਹੈਗੀ ਹੈ ਕਿ ਹਰ 20 ਮਿੰਟ ਤੋਂ ਬਾਅਦ ਇੱਕ ਬੈਕਟੀਰੀਆ ਜਨਾਬ ਉਹ ਡਬਲ ਹੋ ਜਾਂਦਾ ਹੈ। ਠੀਕ ਹੈ, ਤੇ ਜਦੋਂ ਤੁਹਾਡੀ ਫਸਲਾਂ ਦੇ ਵਿੱਚ ਜਨਾਬ ਇਹ ਕਰੋੜਾਂ ਦੀ ਤਾਦਾਦ ਦੇ ਵਿੱਚ ਜਿਹੜੇ ਬੈਕਟੀਰੀਆ ਜਾਣਗੇ ਤੇ ਉਹ ਆਪਣੇ ਆਪ ਦੀ ਉੱਥੇ ਵੀ ਤਾਦਾਦ ਜਨਾਬ ਜਾ ਕੇ ਵਧਾਣਗੇ, ਤੇ ਤੁਹਾਡੀ ਜਿਹੜੀ ਫਾਸਫੋਰਸ ਹੈ ਜਾਂ ਖਾਦਾਂ ਨੇ ਉਹਨਾਂ ਨੂੰ ਚੁੱਕ ਕੇ ਫੌਰਨ ਪੌਦੇ ਨੂੰ ਅਵੇਲੇਬਲ ਕਰਨਗੀਆਂ ਇਨਸ਼ਾਅੱਲਾ। ਚਲੋ ਜੀ ਕਲੀਮ ਸਾਹਿਬ, ਇਹ ਦੇਖ ਲਓ ਜਨਾਬ, ਅੱਧਾ ਜਨਾਬ ਅਸੀਂ ਇਸ ਡਰਮ ਦੇ ਵਿੱਚ ਪਾਇਆ ਹੈ। ਹਾਂਜੀ, ਤੇ ਅੱਧਾ ਜਨਾਬ ਇਹ ਦੇਖ ਲਓ ਕਿ ਜਨਾਬ ਅਸੀਂ ਚਾਵਲ ਇਸ ਡਰਮ ਦੇ ਵਿੱਚ ਪਾਤੇ ਨੇ। ਠੀਕ ਹੋ ਗਿਆ ਜੀ। ਠੀਕ ਹੈ ਜੀ। ਇਹ ਜਨਾਬ ਆਪਣੀਆਂ ਇਸ ਟਾਈਮ ਤੱਕ 3 ਰੈਸਿਪੀਆਂ ਰਿਪੀਟ ਕਰ ਦਿਓ, ਕਿਹੜੀ ਪੈ ਚੁੱਕੀਆਂ ਨੇ। ਅਸੀਂ ਇਹਦੇ ਵਿੱਚ ਗੁੜ ਪਾ ਦਿੱਤਾ ਜੀ, ਅਸੀਂ ਇਹਦੇ ਵਿੱਚ ਖਲ ਪਾ ਦਿੱਤੀ ਆ, ਤੇ ਅਸੀਂ ਇਹਦੇ ਵਿੱਚ ਚਾਵਲ ਪਾ ਦਿੱਤੇ। ਠੀਕ ਹੈ ਜੀ। ਨਾਜ਼ਰੀਨ ਅਲਸੀ ਫੜੋ ਜੀ। ਜਨਾਬ ਇਹ ਜੀ ਤੁਹਾਨੂੰ ਪਤਾ ਵਾ ਕਿ ਅਲਸੀ ਜਿਹੜਾ ਵਾ ਉਹ ਮਲਟੀ ਵਿਟਾਮਿਨ ਚੀਜ਼ ਆ, ਇਹਦੇ ਵਿੱਚ ਬਹੁਤ ਜ਼ਿਆਦਾ ਗ਼ਜ਼ਾਈਅਤ ਆ। ਇਹ ਜਦੋਂ ਬੈਕਟੀਰੀਆਜ਼ ਇਹਨੂੰ ਤੋੜ ਲੈਣਗੇ, ਉਹ ਗ਼ਜ਼ਾਈਅਤ ਇਹ ਸਾਰੇ ਪਾਣੀ ਦੇ ਵਿੱਚ ਆ ਜਾਏਗੀ, ਤੇ ਜਦੋਂ ਅਸੀਂ ਪਾਣੀ ਨੂੰ ਫਸਲਾਂ ਨੂੰ ਪਾ ਦੇਵਾਂਗੇ ਤੇ ਉਹ ਮਾਸ਼ਾਅੱਲਾ ਬੜੀ ਜ਼ਬਰਦਸਤ। ਹਾਂਜੀ, ਇਹ ਦੇਖ ਲਓ ਜਨਾਬ, ਅਸੀਂ ਅਲਸੀ ਲੈ ਰਹੇ ਹਾਂ ਜਨਾਬ। ਤਕਰੀਬਨ ਇਹ ਸਾਡੇ ਕੋਲ ਅੱਧਾ ਕਿਲੋ ਅਲਸੀ ਆ, ਅਸੀਂ ਪਾਓ ਜਿਹੜਾ ਵਾ ਦੋਵੇਂ ਡਰਮਾਂ ਦੇ ਵਿੱਚ। ਹਾਂਜੀ, ਇਹ ਦੇਖ ਲਓ ਜੀ ਕਿ ਇਹ ਜਵਾਦ ਸਾਹਿਬ ਹੱਥ ਅੱਗੇ ਕਰੋ ਜ਼ਰਾ ਇਹਨੂੰ ਜ਼ਰਾ, ਤਾਂ ਕਿ ਨਾਜ਼ਰੀਨ ਵਾਸਤੇ ਵੀ ਆਸਾਨੀ ਹੋ ਜਾਏ। ਇਹ ਦੇਖੋ, ਠੀਕ ਹੈ ਜੀ। ਹਾਂ, ਤਕਰੀਬਨ ਇੱਕ ਪਾਓ ਆ ਗਈ ਹੈ। ਇਹ ਜੀ ਅਲਸੀ ਅਸੀਂ ਇਹਨੂੰ ਇਹਦੇ ਵਿੱਚ ਪਾ। ਹਾਂਜੀ, ਇੱਧਰ ਵੀ ਜ਼ਰਾ ਦਿਖਾਓ ਕਿ ਹਾਂਜੀ ਇਹ ਜਨਾਬ ਅਲਸੀ ਇਹਦੇ ਵਿੱਚ ਪਾਉਣ ਲੱਗੇ ਆ ਡਰਮ ਦੇ ਵਿੱਚ। ਹਾਂਜੀ ਬਿਲਕੁਲ। ਇਹ ਜਨਾਬ ਅਸੀਂ ਤਕਰੀਬਨ ਦੋਨੋਂ ਡਰਮਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਬਰਾਬਰ ਚਲਾ ਜਾਏ। ਬਾਕੀ ਇਹਦੇ ਵਿੱਚ ਥੋੜਾ ਬਹੁਤ ਉੱਪਰ ਨੀਚੇ ਹੋਣ ਦਾ ਜਨਾਬ ਕੋਈ ਇਹਦੇ ਵਿੱਚ ਮਸਲਾ ਨਹੀਂ ਹੁੰਦਾ। ਨਾਜ਼ਰੀਨ, ਨੈਕਸਟ ਤੁਸੀਂ ਦੇਖ ਸਕਦੇ ਹੋ ਕਿ ਜਨਾਬ ਗੰਦਮ ਦਾ ਅੱਗੇ ਜਿਹੜਾ ਭੂਸਾ ਹੈਗਾ ਉਹ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਗੰਦਮ ਦਾ ਭੂਸਾ ਇਸਤੇਮਾਲ ਕਰਨ ਦਾ ਜਨਾਬ ਕੀ ਫਾਇਦਾ ਹੈ, ਇਹ ਵੀ ਜ਼ਰਾ ਦੱਸ ਦਿਓ। ਇਹ ਬੇਸਿਕਲੀ ਗੰਦਮ ਦਾ ਭੂਸਾ ਸੈਲੂਲੋਜ਼ ਕੰਟੈਂਟ ਆ, ਇਹਦੇ ਵਿੱਚ ਸੈਲੂਲੋਜ਼ ਨੇ ਜਿਹੜੇ ਬੈਕਟੀਰੀਆਜ਼ ਨੂੰ ਚਾਹੀਦੇ ਆ ਜ਼ਿੰਦਾ ਰਹਿਣ ਵਾਸਤੇ। ਤੇ ਇਹ ਦੂਸਰੇ ਨੰਬਰ ਤੇ ਆ ਵਾ ਕਿ ਜਦੋਂ ਇਹ ਡੀਕੰਪੋਜ਼ ਹੋ ਜਾਏਗਾ, ਇਹ ਬੜਾ ਨਰਮ ਹੋ ਜਾਏਗਾ, ਤੇ ਇਹ ਜ਼ਮੀਨ ਦੇ ਵਿੱਚ ਜਿਹੜਾ ਵਾ ਇੱਕ ਤਰ੍ਹਾਂ ਦਾ ਹਿਊਮਿਕ ਐਸਿਡ ਦਾ ਕਿਰਦਾਰ ਅਦਾ ਕਰੇਗਾ। ਹਾਂਜੀ, ਇਹ ਜਵਾਦ ਸਾਹਿਬ ਇਹਨੂੰ ਜ਼ਰਾ ਇਹ ਤਕਰੀਬਨ ਹਿਸਾਬ ਨਾਲ। ਹਾਂਜੀ, ਇਹ ਸਾਡੇ ਕੋਲੋਂ ਤਕਰੀਬਨ ਅਸੀਂ ਇਹ 30-40 ਰੁਪਏ ਦਾ ਲਿਆ ਸੀ। 30-40 ਰੁਪਏ ਦੀ। ਇਹਨੂੰ ਆਪਣੇ ਹਿਸਾਬ ਦੇ ਨਾਲ ਜਨਾਬ ਤੁਸੀਂ ਹਾਫ ਦੋਨੋਂ ਡਰਮਾਂ ਦੇ ਵਿੱਚ ਜਨਾਬ ਇਹ ਦੇਖੋ ਇਸਤੇਮਾਲ ਕਰ ਸਕਦੇ ਹੋ। ਇਹ ਜਨਾਬ ਆਪਣਾ ਜਨਾਬ ਗੰਦਮ ਦਾ ਜਿਹੜਾ ਉੱਪਰ ਭੂਸਾ ਹੈਗਾ ਉਹ ਤਿਆਰ ਹੋ ਗਿਆ। ਇਹਨੂੰ ਜਨਾਬ ਇਹ ਦੇਖ ਲਓ ਕਿ ਨੈਕਸਟ ਜਨਾਬ ਜਿਹੜਾ ਅਸੀਂ ਐਟਮ ਪਾਣ ਜਾ ਰਹੇ ਹਾਂ ਉਹ ਨਾਜ਼ਰੀਨ ਇੰਤਹਾਈ ਅਹਿਮੀਅਤ ਦਾ ਅਮਲ ਹੈ। ਉਹਦੇ ਵਿੱਚ ਦੇਖ ਲਓ, ਇਹ ਜ਼ਰਾ ਤੁਹਾਨੂੰ ਕਲੋਜ਼ ਕਰਕੇ ਦਿਖਾਈਏ, ਤੁਹਾਨੂੰ ਲੱਗੇਗਾ ਗੰਦਮ ਦੇ ਭੂਸੇ ਜੈਸਾ, ਲੇਕਿਨ ਇਹ ਜਨਾਬ ਫੱਕ ਹੈਗੀ ਹੈ, ਜਿਹਨੂੰ ਆਪਾਂ ਚਾਵਲਾਂ ਦੀ ਰਾਈਸ ਪੋਲਿਸ਼ ਕਹਿ ਸਕਦੇ ਹਾਂ। ਇਹ ਫੱਕ ਹੈ। ਇਹਦਾ ਜਨਾਬ ਕੀ ਫਾਇਦਾ ਹੈ? ਇਹ ਵੀ ਉਹੀ ਸੈਲੂਲੋਜ਼ ਕੰਟੈਂਟ ਆ, ਰਾਈਸ ਕੰਟੈਂਟਸ ਆ ਇਹਦੇ ਵਿੱਚ। ਇਹ ਵੀ ਜਿਹੜਾ ਵਾ ਜ਼ਮੀਨ ਨੂੰ ਨਰਮ ਵੀ ਕਰੇਗੀ, ਉਸ ਤੋਂ ਇਲਾਵਾ ਬੈਕਟੀਰੀਆਜ਼ ਨੂੰ ਤਾਕਤ ਦੇਗੀ। ਹਾਂਜੀ ਜਨਾਬ, ਇਹ ਵੀ ਤੁਹਾਨੂੰ ਬਹੁਤ ਸਸਤਾ ਮਿਲ ਜਾਏਗਾ ਜਨਾਬ। ਇਹ ਤਕਰੀਬਨ ਅਸੀਂ 80 ਰੁਪਏ ਦਾ 100 ਰੁਪਏ ਦਾ ਲਿਆ ਜਨਾਬ, ਤੇ ਇਹਨੂੰ 50 ਰੁਪਏ ਦਾ ਜਨਾਬ ਦੋਨੋਂ ਡਰਮਾਂ ਦੇ ਵਿੱਚ ਤਿਆਰ ਕਰ ਲਓ। ਇੰਨੀ ਮਹਿੰਗੀ 14,000 ਰੁਪਏ ਜਨਾਬ ਬੋਰੀ ਵਾਲੀ ਤੁਸੀਂ DAP ਪਾਈ ਜਾ ਰਹੇ ਹੋ।
ਕਿਉਂ ਨਹੀਂ, ਮਤਲਬ ਜ਼ਿਮੀਦਾਰਾਂ ਨੂੰ ਇਹ ਕਿਉਂ ਪਾਣਾ ਚਾਹੀਦਾ ਹੈ ਕਿ ਡੀਏਪੀ ਲੋਕਾਂ ਨੂੰ ਦੱਸੋਗੇ ਕਿੰਨੇ % ਅਵੇਲੇਬਲ ਹੁੰਦੀ ਹੈ? ਸਿਰਫ ਔਰ ਸਿਰਫ ਅਗਰ ਮੈਕਸਿਮਮ ਜ਼ਮੀਨ ਚੰਗੀ ਵੀ ਹੋਵੇ ਨਾ ਤੇ 30% ਤੱਕ ਸਿਰਫ ਡੀਏਪੀ ਹਾਂਜੀ ਇਸਤੇਮਾਲ ਕਰ ਨਾਜ਼ਰੀਨ, ਪਾਉਂਦੀ ਹੈ। ਬਾਕੀ ਜਿਹੜੀ ਹੈ ਉਹ ਥੱਲੇ ਜਾ ਕੇ ਬਾਉਂਡ ਬਣਾ ਦਿੰਦੀ ਹਾਂਜੀ ਹੈ। ਉਹਦੀ ਠੀਕ ਹੈ? ਵਜ੍ਹਾ ਤੋਂ ਹੀ ਕਲਰ ਪੈਦਾ ਹੋ ਰਿਹਾ, ਸਾਡੀਆਂ ਜ਼ਮੀਨਾਂ ਮਰ ਰਹੀਆਂ ਵਾ ਡੀਏਪੀ ਇਦਾਂ ਦੀ ਖਾਦਾ ਪਾਣ ਦੀ ਵਜ੍ਹਾ ਨਾਲ। ਇਹ ਜਦੋਂ ਅਸੀਂ ਸਿਸਟਮ ਜਨਾਬ ਜਦੋਂ ਪਾਓ ਸਾਰਾ ਤਿਆਰ ਕਰਕੇ ਜਵਾਦ ਸਾਹਿਬ, ਇਹ ਤਕਰੀਬਨ ਅਸੀਂ ਅੱਧਾ ਇਹਦੇ ਵਿੱਚ ਪਾਤਾ, ਤਕਰੀਬਨ ਇਹਦਾ ਵਜ਼ਨ ਸੀ ਕਲੀਮ ਸਾਹਿਬ ਤਕਰੀਬਨ ਜਿਹੜਾ ਨਾ ਅੱਧਾ ਕਿਲੋ ਸੀ, ਇਹ ਪਾਓ ਕਹਿ ਲੋ ਕਿ ਇਹਦੇ ਵਿੱਚ ਦੋਵਾਂ ਚ ਆ ਗਿਆ। ਬਿਲਕੁਲ ਇਹ ਜਨਾਬ ਦੇਖ ਲਓ ਕਿ ਇਹ ਜਨਾਬ ਅਸੀਂ ਚੀਜ਼ਾਂ ਇਹਦੇ ਵਿੱਚ ਜਨਾਬ ਪੂਰੀ, ਹੁਣ ਦੇਖੋ ਕਿ ਇਸ ਟਾਈਮ ਜਨਾਬ ਇਹਦੇ ਵਿੱਚ ਨੰਬਰ 1 ਤੇ ਜਨਾਬ ਸਾਡੇ ਕੋਲ ਜਿਹੜਾ 5 ਸਾਲ ਪੁਰਾਣਾ ਸੀ ਗੁੜ, ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਜਨਾਬ ਫਸਲਾਂ ਦੀ ਇੰਤਹਾਈ ਅਹਿਮੀਅਤ ਦਾ ਅਮਲ ਹੈ, ਉਹ ਪਾਇਆ ਹੈ। ਉਸ ਤੋਂ ਇਲਾਵਾ 1 ਲੀਟਰ ਇਹਦੇ ਜਿਹੜਾ ਬੈਕਟੀਰੀਆ ਪਾਏ ਨੇ। ਉਸ ਤੋਂ ਇਲਾਵਾ ਜਨਾਬ ਅਸੀਂ ਪਾਈਆ ਅਲਸੀ ਆਦਤ ਪਾ 2 ਡਰਮਾਂ ਦੇ ਵਿੱਚ ਜਨਾਬ ਪਾਈ ਹੈ। ਇਸ ਤੋਂ ਇਲਾਵਾ ਜਨਾਬ ਅਸੀਂ 30 ਰੁਪਏ ਦੀ ਗੰਦਮ ਦੀ ਜਿਹੜੀ ਹੈ ਉਹ ਭੂਸਾ ਇਹਦੇ ਵਿੱਚ ਪਾਇਆ ਹੈ। ਤੇ ਉਸ ਤੋਂ ਇਲਾਵਾ 100 ਰੁਪਏ ਦਾ ਅਸੀਂ ਲੈ ਕੇ ਜਨਾਬ ਇਹਦੇ ਵਿੱਚ ਰਾਈਸ ਪੋਲਿਸ਼ ਜਾਂ ਜਿਹਨੂੰ ਫੱਕ ਕਹਿੰਦੇ ਆਪਾਂ, ਅਕਸਰ ਤੁਸੀਂ ਆਪਣੀ ਜਿਹੜੀ ਚੱਕੀਆਂ ਲੱਗੀਆਂ ਹੁੰਦੀਆਂ ਨੇ ਉੱਥੇ ਜਾਓਗੇ ਉਹਨੂੰ ਕਹੋਗੇ ਜਨਾਬ ਫੱਕ, ਮਤਲਬ ਜਾਨਵਰਾਂ ਦੇ ਵਿੱਚ ਵੀ ਜਿਵੇਂ ਗਧਾ ਹੈਗਾ ਉਹ ਖੁਰਾਕ ਖਾਂਦਾ ਹੈ, ਤੇ ਉਹ ਜਨਾਬ ਫੱਕ ਇਹਦੇ ਵਿੱਚ ਇਸ ਟਾਈਮ ਜਨਾਬ ਪਾਣ ਤੋਂ ਬਾਅਦ ਹਿਲਾਨ ਤੋਂ ਪਹਿਲੇ ਜਨਾਬ ਇਹ ਸਿਚੁਏਸ਼ਨ ਹੈ ਜ਼ਰਾ ਕਲੋਜ਼ ਕਰਕੇ ਦਿਖਾਤੀ ਜਾਵੇ। ਠੀਕ ਹੋ ਗਿਆ ਜੀ ਜਵਾਦ ਸਾਹਿਬ? ਇਹ ਜ਼ਰਾ ਇਸ ਤੋਂ ਬਾਅਦ ਨਾਜ਼ਰੀਨ ਕੀ ਕਰਨਾ ਹੈ ਜਨਾਬ, ਤੁਸੀਂ ਇਸ ਤੋਂ ਬਾਅਦ ਜਨਾਬ ਤੁਸੀਂ ਇਹ ਦੇਖ ਸਕਦੇ ਹੋ ਕਿ ਜਨਾਬ ਤੁਸੀਂ ਇਸ ਡਰਮ ਜਨਾਬ ਇਹਨੂੰ ਹਿਲਾਣਾ ਹੈ। ਠੀਕ ਹੋ ਗਿਆ ਜਨਾਬ? ਇਹ ਦੇਖ ਲਓ ਕਿ ਜਨਾਬ ਇਹਨੂੰ ਅਸੀਂ ਮੁਕੰਮਲ ਤੌਰ ਤੇ ਹਿਲਾ ਰਹੇ ਹਾਂ। ਹਿਲਾਨ ਦਾ ਜਨਾਬ ਇਹਦੇ ਵਿੱਚ ਫਾਇਦਾ ਇਹ ਹੈ ਕਿ ਮੁਕੰਮਲ ਤੌਰ ਤੇ तमाम ਜਿਹੜੇ ਉਹ ਬੈਕਟੀਰੀਆ ਉਹਨਾਂ ਨੂੰ ਖੁਰਾਕ ਮਿਲਣੀ ਸ਼ੁਰੂ ਹੋ ਜਾਏਗੀ, ਤੇ ਉਸ ਤੋਂ ਬਾਅਦ ਜਿੰਨੇ ਵੀ ਅਜਜ਼ਾ ਨੇ ਉਹਦੇ ਵਿੱਚ ਆਪਾਂ ਪਾਏ ਉਹ ਹੱਲ ਹੋ ਜਾਣਗੇ। ਬਿਲਕੁਲ। ਤੇ ਉਸ ਤੋਂ ਇਲਾਵਾ ਆਵਾ ਕਿ ਇਹ ਜ਼ਮੀਨ ਦੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਚੀਜ਼ ਬਣ ਗਈ ਹੈ। ਜਿਵੇਂ ਤੁਸੀਂ ਇਹਦਾ ਕਲਰ ਦੇਖ ਰਹੇ ਹੋ, ਜਿਵੇਂ ਬੰਦਾ ਨਾ ਉਹ ਸਲਾਜੀਤ ਉਹਨੂੰ ਖਵਾ ਦਿਓ ਤੇ ਉਹਦੇ ਵਿੱਚ ਹਰ ਕਿਸਮ ਦੀ ਤਾਕਤ ਆ ਜਾਂਦੀ ਆ। ਇਦਾਂ ਹੀ ਆ ਕਿ ਇਹਨੂੰ ਪਾ ਦਿਓ ਫਸਲਾਂ ਦੇ ਵਿੱਚ ਤੇ ਉਹਦੇ ਵਿੱਚ ਹਰ ਕਿਸਮ ਦੀ ਤਾਕਤ ਉਹਦੇ ਚ ਆ ਜਾਏਗੀ, ਮਲਟੀਵਾਈਟਾਮਿਨਸ ਵੀ ਆ ਜਾਣਗੇ ਉਹਦੇ ਵਿੱਚ, ਪੀਐਚ ਵੀ ਉਹਦੀ ਸਟੇਬਲ ਹੋ ਜਾਏਗੀ। ਤੇ ਕਲੀਮ ਸਾਹਿਬ ਇਹ ਕਿੰਨਾ ਕਿ ਤਕਰੀਬਨ ਅਸੀਂ 1 ਲੀਟਰ ਦੇ ਵਿੱਚ ਫਲੱਡ ਕਰੀਏ? ਦੇਖੋ ਜੀ ਜਵਾਦ ਸਾਹਿਬ, ਸਭ ਤੋਂ ਪਹਿਲੇ ਤਾਂ ਇਹ ਚੀਜ਼ ਆਪਣੇ ਲਈ ਜਾਨਣਾ ਜ਼ਰੂਰੀ ਹੈਗੀ ਹੈ ਕਿ ਇਹਨੂੰ ਜ਼ਿਮੀਂਦਾਰ ਅਗਰ 200 ਲੀਟਰ ਡਰਮ ਦੇ ਵਿੱਚ ਤਕਰੀਬਨ ਪਾ ਲਵੇ, ਇਹ ਉਹ ਐਸੀ ਚੀਜ਼ ਹੈ ਜਿਹਦੀ ਮਿਕਦਾਰ ਦਾ ਕੋਈ ਤਯਨ ਨਹੀਂ ਹੈ। ਬੇਸ਼ੱਕ ਕਿਸੇ ਕੋਲੋਂ 500 ਲੀਟਰ ਵਾਲਾ ਡਰਮ ਹੈ ਉਹਦੇ ਵਿੱਚ ਤਿਆਰੀ ਕਰ ਲਵੇ, ਇਵੇਂ ਜਿਹੜੀ ਅਸੀਂ ਖੁਰਾਕ ਦੱਸੀ ਹੈ ਜਨਾਬ ਉਹ ਆਪਣੀ ਵਧਾ ਲਵੇ। ਠੀਕ ਹੈ? ਇਹ ਜਨਾਬ ਮੁxtਲਿਫ ਲੋਕ ਇਹਨੂੰ ਮੁxtਲਿਫ ਰਿਕਮੈਂਡ ਕਰਦੇ ਨੇ ਅੱਛੇ ਰਿਜ਼ਲਟ ਲੈਣ ਲਈ। ਜਨਾਬ ਕਮ ਅਜ਼ ਕਮ ਤੁਸੀਂ ਇਹਨੂੰ ਖੁਦ ਤਿਆਰ ਕਰ ਰਹੇ ਹੋ ਤੇ ਜਨਾਬ 20 ਲੀਟਰ ਫੀ ਕਿੱਲੇ ਦੇ ਹਿਸਾਬ ਦੇ ਨਾਲ ਇਹਨੂੰ ਲਾਜ਼ਮੀ ਨੱਕੇ ਤੇ ਰੱਖ ਕੇ ਜਨਾਬ ਫਲੱਡ ਕਰੋ। ਫਿਰ ਜਨਾਬ ਤੁਹਾਨੂੰ ਅਸੀਂ ਅਗਰ ਉਕਾੜਾ ਸਾਹੀਵਾਲ ਰੀਜਨ ਦੇ ਜਿਹੜੇ ਜ਼ਿਮੀਂਦਾਰ ਨੇ ਸਾਡੇ ਕੋਲੋਂ ਇਹਦਾ ਰਿਜ਼ਲਟ ਦੇਖਣਾ ਚਾਹੁੰਦੇ ਨੇ ਜਾਂ ਦੂਸਰੇ ਜ਼ਿਮੀਂਦਾਰ ਭਾਈਆਂ ਦੀ ਰਾਏ ਲੈਣਾ ਚਾਹੁੰਦੇ ਨੇ, ਅਨਕਰੀਬ ਉਹਦੇ ਤੇ ਵੀ ਸਾਡੀ ਵੀਡੀਓ ਆਏਗੀ ਕਿ ਜਿੱਥੇ ਅਸੀਂ ਅਪਲਾਈ ਕੀਤਾ ਹੈ ਉੱਥੇ ਇਹਦਾ ਕੀ ਰਿਜ਼ਲਟ ਆਏਗਾ। ਠੀਕ ਹੈ? ਤੇ ਕਮ ਅਜ਼ ਕਮ ਜਨਾਬ 20 ਲੀਟਰ ਜਨਾਬ ਇਹਨੂੰ ਲਾਜ਼ਮੀ ਇਸਤੇਮਾਲ ਕਰੋ। ਅੱਛਾ, ਦੂਸਰੀ ਗੱਲ ਹੈਗੀ ਹੈ ਕਿ ਇਹ ਦੇਖੋ ਜਨਾਬ ਇਸ ਟਾਈਮ ਇਹਦੇ ਵਿੱਚ ਮੁਕੰਮਲ ਤੌਰ ਤੇ ਅਜਜ਼ਾ ਜਨਾਬ ਹੱਲ ਹੋਣਾ ਸ਼ੁਰੂ ਹੋ ਗਏ ਨੇ। ਹੁਣ ਨੈਕਸਟ ਜਨਾਬ ਆਪਾਂ ਇਹਦੇ ਵਿੱਚ ਕਰਨਾ ਕੀ ਹੈ? ਨੈਕਸਟ ਜਨਾਬ ਅਸੀਂ ਇਹਦੇ ਵਿੱਚ ਇਹ ਕਰਨਾ ਹੈ, ਇਹ ਤੁਹਾਡਾ ਜਿਹੜਾ ਤਿਆਰ ਹੈ ਸਿਸਟਮ ਇਹ ਫੌਰਨ ਨਹੀਂ ਹੋ ਜਾਏਗਾ। ਜਵਾਦ ਸਾਹਿਬ ਦੱਸੋਗੇ ਕਿੰਨੇ ਦਿਨ ਦੇ ਵਿੱਚ ਤਿਆਰ ਹੋਏਗਾ ਜ਼ਿਮੀਂਦਾਰ? ਤਕਰੀਬਨ ਜਿਹੜਾ ਨਾ 7 ਤੋਂ 10 ਦਿਨ ਲੱਗਣਗੇ ਇਹਨੂੰ ਪੂਰਾ ਤਿਆਰ ਹੋਣ ਦੇ ਵਿੱਚ, ਇਹ ਸਾਰਾ ਡੀਕੰਪੋਜ਼ ਹੋਣ ਚ। ਕਹਿ ਲਓ ਕਿ ਆਪਟੀਮਲ ਡੈਂਸਿਟੀ ਜਿਹੜੀ ਆ ਨਾ ਉਹ 7 ਦਿਨ ਦੇ ਵਿੱਚ ਅਚੀਵ ਹੋ ਜਾਏਗੀ। 7 ਦਿਨ ਦੇ ਵਿੱਚ ਮੁਕੰਮਲ ਅਚੀਵ ਹੋ ਜਾਏਗੀ ਤੇ ਜ਼ਿਮੀਂਦਾਰ ਭਾਈ ਇਹਨੂੰ ਆਪਣੇ ਡੇਰੇ ਤੇ ਵੀ ਤਿਆਰ ਕਰ ਸਕਦੇ ਨੇ। ਐਸੀ ਜਗ੍ਹਾ ਤੇ ਇਹ ਡਰਮ ਰੱਖਣ ਜਿੱਥੇ ਲੱਗਦੇ ਟੱਪਦੇ ਉਹਨਾਂ ਨੂੰ ਜਨਾਬ ਇਹ ਹਿਲਾਉਂਦੇ ਰਹਿਣ, ਸਾਏ ਵਾਲੀ ਜਗ੍ਹਾ ਹੋਵੇ ਥੋੜੀ ਜੀ। ਅੱਛਾ, ਜਗ੍ਹਾ ਦਾ ਦੂਸਰਾ ਤਯਨ ਹੈਗਾ ਕਿ ਜਨਾਬ ਜਿਹੜਾ ਬਿਹਤਰੀਨ ਬੈਕਟੀਰੀਆ ਦੀ ਗਰੋਥ ਲਈ ਜਿਹੜਾ ਟੈਂਪਰੇਚਰ ਹੁੰਦਾ ਹੈ ਉਹ 25 ਤੋਂ 30 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਇਸ ਟਾਈਮ ਜਿਹੜਾ ਆਪਣਾ ਦਿਨ ਤੇ ਰਾਤ ਦਾ ਜਿਹੜਾ ਟੈਂਪਰੇਚਰ ਹੈ ਉਹ ਤਕਰੀਬਨ 20 ਤੋਂ 30 ਡਿਗਰੀ ਦੇ ਦਰਮਿਆਨ ਤਕਰੀਬਨ ਫਾਲ ਕਰ ਰਿਹਾ ਹੈ। ਇਸ ਲਈ ਜ਼ਿਮੀਂਦਾਰ ਭਾਈਆਂ ਨੂੰ ਕੋਸ਼ਿਸ਼ ਕਰਨ ਕਿ ਇਹਨੂੰ ਧੁੱਪ ਦੇ ਵਿੱਚ ਨਾ ਰੱਖਣ, ਇਹਨੂੰ ਸਾਇਆ ਵਾਲੀ ਜਗ੍ਹਾ ਤੇ ਰੱਖਣ। ਕੋਈ ਮਸਲਾ ਨਹੀਂ ਹੈ, ਅਲਹਮਦੁਲਿਲਾ ਜਿਹੜਾ ਹੈ ਉਹ ਮਤਲਬ ਇਹ ਮੁਕੰਮਲ ਤੌਰ ਤੇ ਇਹ 7 ਦਿਨ ਦੇ ਵਿੱਚ ਉਹ ਤਿਆਰ ਹੋਏ ਗਏ ਨੇ। ਉਸ ਤੋਂ ਬਾਅਦ 20 ਲੀਟਰ ਦੇ ਹਿਸਾਬ ਨਾਲ ਤੁਸੀਂ ਏਕੜ ਦੇ ਵਿੱਚ ਫਲੱਡ ਕਰੋ। ਤੇ ਦੂਸਰਾ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਬਣਾਉਣ ਦਾ ਜਿਹੜਾ ਖਰਚਾ ਹੈ ਉਹ ਤੁਹਾਡਾ ਕੰਮ ਹੈ, ਥੋੜੀ ਜਿਹੀ ਮਿਹਨਤ ਹੈ, ਕਰਕੇ ਦੇਖ ਲਓ ਰਿਜ਼ਲਟ ਜਨਾਬ ਅਸੀਂ ਤੁਹਾਡੇ ਅਗਰ ਸਾਡੇ ਮੁਤਾਬਕ ਤਿਆਰ ਕਰ ਲੈਂਦੇ ਹੋ ਤੇ ਰਿਜ਼ਲਟ ਜਨਾਬ ਅਸੀਂ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ, ਯਕੀਨੀ ਰਿਜ਼ਲਟ ਹੈ। ਜਵਾਦ ਸਾਹਿਬ ਉਹ ਢੱਕਣ ਜ਼ਰਾ ਇਹਦਾ ਪਕੜਿਓ ਜ਼ਰਾ, ਇਹ ਨਾਜ਼ਰੀਨ ਨੂੰ ਜ਼ਰਾ ਇਹ ਵੀ ਦੱਸ ਦਈਏ। ਇਹ ਜਨਾਬ ਹਿਲਾਨ ਤੋਂ ਬਾਅਦ ਮੁਕੰਮਲ ਤੌਰ ਤੇ ਹਿਲਾਨ ਤੋਂ ਬਾਅਦ
ਇਹ ਜਨਾਬ ਨਾਜ਼ਰੀਨ ਸਾਡੇ ਕੋਲੋਂ ਹੈ ਢੱਕਣ। ਇਹ ਤੁਸੀਂ ਜਨਾਬ ਇਹਨੂੰ ਉੱਪਰੋਂ ਬੰਦ ਨਹੀਂ ਕਰਨਾ, ਠੀਕ ਹੈ, ਕਿਉਂਕਿ ਇਹ ਜਿਹੜੇ ਆਪਣੇ ਕੋਲੋਂ ਬੈਕਟੀਰੀਆ ਮੌਜੂਦ ਨੇ ਇਹਨਾਂ ਨੂੰ ਅੱਗੇ ਚਾਹੀਦੀ ਹੈ ਆਕਸੀਜਨ ਚਾਹੀਦੀ ਹੁੰਦੀ ਹੈ, ਠੀਕ ਹੈ, ਜ਼ਿੰਦਾ ਰਹਿਣ ਲਈ। ਦੂਸਰੀ ਗੱਲ ਹੁੰਦੀ ਹੈ ਕਿ ਜਨਾਬ ਇਹ ਇੱਕ ਹੋਰ ਚੀਜ਼ ਨਾਜ਼ਰੀਨ ਨੂੰ ਜ਼ਰਾ ਦੱਸ ਦਈ ਹੈ ਕਿ ਕੁਝ ਜਿਹੜੇ ਜ਼ਿਮੀਦਾਰ ਨੇ ਉਹ ਸਾਡੇ ਕੋਲੋਂ ਮਤਲਬ ਕੇਨ ਮੰਗਵਾਉਂਦੇ ਨੇ 20-20 ਲੀਟਰ ਦੇ, ਠੀਕ ਹੈ, ਅਸੀਂ ਉਹਨਾਂ ਨੂੰ ਜਨਾਬ ਭੇਜ ਦਿੰਨੇ ਆ, ਉਸ ਤੋਂ ਬਾਅਦ ਜਾ ਕੇ ਅਗਲੇ 10 ਦਿਨ ਇਹਨੂੰ ਅਪਲਾਈ ਨਹੀਂ ਕਰਦੇ। ਦੇਖੋ ਨਾਜ਼ਰੀਨ ਜਿਸ ਟਾਈਮ ਇਹ ਆਪਣੇ ਇਸ ਡਰਮ ਦੇ ਵਿੱਚ ਤਿਆਰ ਹੋ ਰਿਹਾ ਹੈ, ਇਹਨੂੰ ਪ੍ਰੋਪਰ ਅਸੀਂ ਖੁਰਾਕ ਦੇ ਰਹੇ ਹਾਂ, ਇਹਨੂੰ ਕੋਸ਼ਿਸ਼ ਕਰੀਦੀ ਹੈ ਕਿ ਹਰ 8-10 ਘੰਟੇ ਬਾਅਦ ਇਹਨੂੰ ਜਨਾਬ ਮਤਲਬ ਇਹਨੂੰ ਹਿਲਾਈਏ, ਠੀਕ ਹੋ ਗਿਆ। ਤੇ ਲੇਕਿਨ ਜ਼ਿਮੀਦਾਰ ਕੀ ਕਰਦੇ ਨੇ, ਜਾ ਕੇ ਜਨਾਬ ਆਪਣੇ ਡੇਰਾਂ ਤੇ ਰੱਖ ਦਿੰਦੇ ਨੇ, ਠੀਕ ਹੈ। ਉਹ ਕਹਿੰਦੇ ਨੇ ਯਾਰ ਪਾਣੀ ਦੀ ਵਾਰੀ ਤਾਂ ਹੈ 2 ਹਫ਼ਤਿਆਂ ਬਾਅਦ 3 ਹਫ਼ਤਿਆਂ ਬਾਅਦ ਲਾ ਲਾਂਗੇ, ਜਿੰਦੀ ਵਜ੍ਹਾ ਨਾਲ ਦਰਅਸਲ ਇਹ ਹੁਣ ਜਿਹੜੀ ਅਸੀਂ ਖੁਰਾਕ ਪਾਈ ਹੈ ਇਸ ਟਾਈਮ ਬੈਕਟੀਰੀਆ ਹਰ 20 ਮਿੰਟ ਬਾਅਦ ਡਬਲ ਹੋਣਾ ਸ਼ੁਰੂ ਹੋ ਗਿਆ ਹੈ। ਇੱਕ ਟਾਈਮ ਆਏਗਾ ਕਿ ਜਨਾਬ ਜਦੋਂ ਇਹਦੀ ਖੁਰਾਕ ਦੇ ਵਿੱਚ ਅੱਗੇ ਕਮੀ ਹੁੰਦੀ ਜਾਏਗੀ ਤੇ ਮਤਲਬ ਖੁਰਾਕ ਤਾਂ ਜਿਹੜੀ ਅਸੀਂ ਪਾਤੀ, ਜਦੋਂ ਕਮੀ ਹੋਏਗੀ ਉਹਦੇ ਵਿੱਚ ਜਨਾਬ ਇਹਨਾਂ ਦਾ ਸਟੇਸ਼ਨਰੀ ਫੇਜ਼ ਆਏਗਾ ਇੱਕ, ਠੀਕ ਹੈ, ਜਿੰਦੇ ਵਿੱਚ ਜਨਾਬ ਇਹ ਜਿੰਨੇ ਮਰਨਗੇ ਉਨੇ ਹੀ ਦੁਬਾਰਾ ਬਣਨਗੇ। ਇੱਕ ਟਾਈਮ ਐਸਾ ਹੋਏਗਾ ਕਿ ਇਹਨਾਂ ਦੀ ਜਨਾਬ ਡੈਥ ਹੋਣੀ ਸ਼ੁਰੂ ਹੋ ਜਾਏਗੀ, ਠੀਕ ਹੋ ਗਿਆ। ਤੇ ਲਿਹਾਜ਼ਾ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਜ਼ਿਮੀਦਾਰ ਭਾਈ ਇਹ ਜਨਾਬ ਢੱਕਣ ਇਹਨੂੰ ਤਕਰੀਬਨ ਇਹਦੇ ਤੇ ਪੁੱਠਾ ਰੱਖ ਕੇ ਰੱਖਣ। ਇਹਦਾ ਫਾਇਦਾ ਇੱਕ ਤਾਂ ਹੈਗਾ ਕਿ ਜਨਾਬ ਬਾਹਰੋਂ ਕੋਈ ਚੀਜ਼ ਹੈ, ਜਾਨਵਰ ਪਰਿੰਦੇ ਕੋਈ ਉਹ ਵੀ ਨਹੀਂ ਆਣਗੇ, ਤੇ ਦੂਸਰੀ ਇਹਨੂੰ ਪੁੱਠਾ ਕਰਕੇ ਜਨਾਬ ਸਿਰਫ ਰੱਖ ਦਿਓ। ਇਹਦੇ ਨਾਲ ਜਨਾਬ ਇਹਨੂੰ ਹਲਕੀ ਮੋਟੀ ਆਕਸੀਜਨ ਵੀ ਮਿਲ ਜਾਏਗੀ ਤੇ ਆਪਣਾ ਇਹ ਜਨਾਬ ਹੁਣ ਅਗਲੇ 7 ਦਿਨ ਬਾਅਦ ਜਿਹੜੇ ਜ਼ਿਮੀਦਾਰ ਭਾਈ ਸਾਡੇ ਕੋਲੋਂ ਇਹ ਲੈਣਾ ਚਾਹਣਗੇ, ਸਾਡੇ ਕੋਲੋਂ ਹੋਰ ਵੀ ਬਹੁਤ ਸਾਰੇ ਡਰਮ ਤਿਆਰ ਪਏ ਨੇ ਤੇ ਸਾਡੇ ਨਾਲ ਜਨਾਬ ਰਾਬਤਾ ਕਰ ਸਕਦੇ ਨੇ। ਰਾਬਤਾ ਕਿਵੇਂ ਕਰ ਸਕਦੇ ਨੇ, ਦਰਅਸਲ ਸਕਰੀਨ ਦੇ ਉੱਪਰ ਜਨਾਬ ਸਾਡਾ ਜਿਹੜਾ ਹੈ ਉਹ ਨੰਬਰ ਦਿੱਤਾ ਗਿਆ, ਡਾਕਟਰ ਜਵਾਦ ਸਾਹਿਬ ਨੇ ਤੇ ਮੈਂ ਡਾਕਟਰ ਮੁਹੰਮਦ ਕਲੀਮੁੱਲਾ, ਅਸੀਂ ਜਨਾਬ ਦੋਨਾਂ ਦੇ ਨੰਬਰ ਉੱਪਰ ਦਿੱਤੇ ਗਏ ਨੇ ਤੇ ਇਹਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਰਕੇ ਤੇ ਦੂਸਰੀ ਗੱਲ ਹੈ ਕਿ ਪੇਮੈਂਟ ਸਾਨੂੰ ਸੈਂਡ ਕਰੋ, ਅਸੀਂ ਉਹਦੇ ਵਿੱਚ ਜਨਾਬ ਤੁਹਾਨੂੰ ਮਤਲਬ ਇਹ ਡਿਲੀਵਰੀ ਕਰਵਾ ਦੇਵਾਂਗੇ, ਤੁਹਾਡੇ ਤੱਕ ਜਨਾਬ ਪਹੁੰਚ ਜਾਏਗੀ। ਨਾਜ਼ਰੀਨ ਅਗਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਨਾਬ ਤੁਸੀਂ ਇਸ ਤਰ੍ਹਾਂ ਦੀ ਮੁਫੀਦ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਸਾਡਾ ਚੈਨਲ ਈਕੋ ਗਰੋ ਵਿਦ ਡਾਕਟਰ ਕਲੀਮ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। डॉक्टर मोहम्मद कलीमुल्ला ते डॉक्टर जवाद हुसैन की तरफ तमाम पाकिस्तान के रहने वाले जनाब किसानों आई लव यू। मिलते हैं नई वीडियो के साथ। अल्लाह हाफिज।